ਇਹ ਜੋ ਉੱਪਰ ਸ਼ਬਦ ਅੰਦਰ ਕਿਹਾ ਹੈ, ਇਹ ਵੀ ਖੇਲ ਦਾ ਹੀ ਹਿੱਸਾ ਹੈ। ਥੋੜ੍ਹਾ ਜਿਹਾ ਖਿਆਲ ਵਿੱਚ ਲਓ। ਕਹਿੰਦੇ ਹਨ ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾਇਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰੇ, ਲੇਖਾ ਮੰਗੈ ਬਾਣੀ। ਕਹਿੰਦੇ ਹਨ ਜਿਹੜੇ ਤੱਤੇ ਬੋਲਦੇ ਹਨ, ਭਾਵ ਕਿ ਮਨਮੁਖ ਹਨ, ਤੇ ਉਹਨਾਂ ਨੂੰ ਦੋਜਕ ਦੇ ਵਿੱਚ ਪਾਇਆ ਜਾਂਦਾ ਹੈ। ਉਹ ਨਰਕ 'ਚ ਪੈਂਦੇ ਹਨ। ਦੋਜਕ ਪਾਏ ਸਿਰਜਣਹਾਰੇ, ਦੇਖੋ ਇਹ ਵੀ ਖੇਲ ਹੀ ਹੈ ਉਹਦਾ। ਲੇਖਾ ਮੰਗੇ ਬਾਣੀ, ਧਰਮ ਰਾਜਾ ਬਾਣੀ ਲੇਖਾ ਜੋਖਾ ਕਰਦਾ ਹੈ ਉੱਥੇ। ਹਿਸਾਬ ਕਿਤਾਬ ਉਹ ਵੀ ਖੇਲ ਦਾ ਹੀ ਹਿੱਸਾ ਹੈ। ਨਰਕਾਂ ਦੇ ਵਿੱਚ ਸੜਨਾ ਵੀ ਖੇਲ ਦਾ ਹੀ ਹਿੱਸਾ ਹੈ। ਖਿਆਲ ਵਿੱਚ ਰੱਖੋ, ਤੜਫਣਾ ਵੀ ਖੇਲ ਦਾ ਹਿੱਸਾ ਹੈ। ਅਗਰ ਤੁਸੀਂ ਐਸਾ ਖੇਲ ਖੇਲਣਾ ਚਾਹੁੰਦੇ ਹੋ ਤਾਂ ਐਸਾ ਖੇਲੋ। ਕਹਿਣ ਦਾ ਭਾਵ ਇਹ ਹੈ, ਜੈਸਾ ਖੇਲ ਖੇਲਣਾ ਚਾਹੋ ਤੁਸੀਂ ਵੈਸਾ ਖੇਲ ਸਕਦੇ ਹੋ। ਸਵਰਗਾਂ 'ਚ ਜਾਣਾ ਚਾਹੋ ਤੁਸੀਂ ਚੰਗਾ ਚੰਗਾ ਖੇਲ ਖੇਲੋ, ਜਿਵੇਂ ਧਾਰਮਿਕ ਖੇਲ ਰਹੇ ਹਨ। ਧਾਰਮਿਕ ਖੇਲ ਖੇਲੋ। ਥੋੜ੍ਹਾ ਜਿਹਾ ਪਾਠ ਪੂਜਾ ਕਰ ਲਿਆ, ਧਾਰਮਿਕ ਸਥਾਨ 'ਤੇ ਜਾਏ, ਸੇਵਾ ਕਰ ਲਈ ਥੋੜ੍ਹੀ ਜਿਹੀ, ਕਿਸੇ ਦਾ ਭਲਾ ਕਰ ਦਿੱਤਾ, ਚੰਗਾ ਚੰਗਾ ਸੋਚਿਆ, ਧਾਰਮਿਕ ਖੇਲ ਇਹ ਸਵਰਗਾਂ 'ਚ ਲੈ ਜਾਊਗਾ, ਪਰ ਛੁਟਕਾਰਾ ਨਹੀਂ ਹੋਊਗਾ। ਫਿਰ ਆ ਸਕਦੇ ਹੋ ਵਾਪਸ, ਫਿਰ ਨਰਕਾਂ 'ਚ ਵੀ ਜਾ ਸਕਦੇ ਹੋ। ਇਹ ਵੀ ਖੇਲ ਦਾ ਹੀ ਹਿੱਸਾ ਹੈ। ਐਸਾ ਨਹੀਂ ਤੁਹਾਨੂੰ ਸਮਝਾਉਣਗੇ ਇਹ ਜੋ ਪ੍ਰਚਾਰਕ ਹੈ, ਕਿਉਂਕਿ ਉਹਨਾਂ ਨੂੰ ਸ਼ਬਦਾਂ ਦੇ ਅਰਥਾਂ ਦਾ ਹੀ ਖਿਆਲ ਹੁੰਦਾ। ਫਿਰ ਅੱਗੇ ਕਹਿੰਦੇ ਹਨ ਸੰਗ ਨਾ ਕੋਈ ਭਾਈਆ ਬੇਬਾ, ਮਾਨ ਜੋਬਨ ਧਨ ਛੋੜ ਵਸੇ ਵੰਜੇਸਾ। ਕਹਿੰਦੇ ਹਨ ਨਾਲ ਤੇ ਕੋਈ ਨਹੀਂ ਜਾਂਦਾ, ਨਾ ਭਾਈ ਜਾਂਦਾ, ਨਾ ਕੋਈ ਭੈਣ ਜਾਂਦੀ। ਜੋਬਨ ਧਨ ਸਭ ਕੁਝ ਛੱਡ ਕੇ ਆਦਮੀ ਤੁਰ ਜਾਂਦਾ। ਕਾਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉਂ ਕਹਾਣੀ। ਆਹਾ ਦੇਖੋ ਕਿਤਨਾ ਪੀੜਦੇ ਹਨ ਤਿਲਾਂ ਨੂੰ, ਜਿਵੇਂ ਸਰੋਂ ਨੂੰ ਪੀੜਦੇ ਤੁਸੀਂ ਦੇਖਿਆ ਹੋਵੇਗਾ, ਤੇਲ ਕੱਢਦੇ। ਇਵੇਂ ਭਾਵ ਕਿ ਵੈਸਾ ਦੁੱਖ ਹੁੰਦਾ ਹੈ, ਵੈਸੀ ਪੀੜਾ ਹੁੰਦੀ ਹੈ ਜੋ ਕਿ ਪੀੜ ਰਿਹਾ ਹੁੰਦਾ ਹੈ ਸਰੀਰ। ਤੁਸੀਂ ਸੋਚੋ ਕਿਸੇ ਨੇ ਕੋਲੂ ਦੇ ਵਿੱਚ ਪਾਇਆ ਹੈ ਅਤੇ ਹੌਲੀ ਹੌਲੀ ਪੀੜ ਰਿਹਾ ਹੈ, ਕਿੰਨੀ ਤਕਲੀਫ ਹੁੰਦੀ ਹੋਵੇ। ਵੈਸੀ ਤਕਲੀਫ ਹੁੰਦੀ ਹੈ। ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀ। ਕਹਿੰਦੇ ਹਨ ਦੂਸਰੇ ਨੂੰ ਠੱਗਦੇ ਹਨ ਜਿਹੜੇ, ਵਸਤ ਪਰਾਈ 'ਤੇ ਨਿਗਾਹ ਰੱਖਦੇ ਹਨ ਵੀ ਇਹ ਵਸਤੂ ਸਾਨੂੰ ਮਿਲ ਜਾਵੇ ਇਹਦੇ ਕੋਲ, ਉਹ ਕਿਸੇ ਢੰਗ ਨਾਲ ਵੀ ਲੈਣ। ਕਈਆਂ ਦੀ ਨਿਗਾਹ ਚੜ੍ਹ ਜਾਂਦੀਆਂ ਹਨ ਵਸਤੂਆਂ ਹੀ। ਅਤੇ ਅਗਰ ਤੁਸੀਂ ਕਿਸੇ ਕੋਲ ਲਈ ਹੈ ਵਸਤੂ ਕਿਸੇ ਢੰਗ ਦੇ ਨਾਲ ਵੀ, ਤਾਂ ਖੁਦਾ ਤਾਂ ਦੇਖ ਹੀ ਰਿਹਾ ਹੈ। ਵਸਤੂ ਦਾ ਭਾਵ ਸਿਰਫ ਵਸਤੂ ਹੀ ਨਹੀਂ ਹੈ, ਬਹੁਤ ਕੁਛ ਤੁਸੀਂ ਦੂਸਰਿਆਂ ਤੋਂ ਚੋਰੀ ਉਹਨਾਂ ਕੋਲ ਖੋਹਦੇ ਹੋ, ਲੈਂਦੇ ਹੋ, ਮੰਗਦੇ ਹੋ, ਭਾਵੇਂ ਉਹ ਪ੍ਰੇਮ ਹੀ ਹੋਵੇ ਵੀ ਮੈਨੂੰ ਕਰ, ਮੇਰਾ ਧਿਆਨ ਰੱਖ। ਦੁਨੀਆ ਲੱਭ ਪਿਆ ਖਾਤ
ਅੰਦਰ। ਕਹਿੰਦਾ ਦੁਨੀਆ ਦੇ ਲੱਭ ਲੋਭ ਵਿੱਚ ਪੈ ਗਿਆ। ਅਗਲੀ ਗੱਲ ਨਾ ਜਾਣੀ, ਤੂੰ ਅਗਲੀ ਗੱਲ ਤੇ ਜਾਣੀ ਨਹੀਂ। ਅਗਲੀ ਗੱਲ ਹੈ ਭਈ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਆਹ ਤਾਂ ਦੁੱਖ ਸਹੇ ਪ੍ਰਾਣੀ। ਕਹਿੰਦਾ ਜੰਮਦਾ ਫਿਰ ਮਰਦਾ, ਮਰਦਾ ਫਿਰ ਜੰਮਦਾ, ਬਹੁਤ ਸਜਾਏ, ਬੜੀ ਸਜ਼ਾ ਪਿਆ ਦੇਸ਼ ਲੰਮੇ। ਮੁੱਕਦੀ ਨਹੀਂ ਹੈ ਸਜ਼ਾ। ਪਤਾ ਨਹੀਂ ਕਦੋਂ ਫਿਰ ਜਨਮ ਮਿਲੇ। ਫਿਰ ਸਾਧਨਾ ਕਰੋ, ਧਿਆਨ ਕਰੋ, ਮੁਕਤ ਹੋ। ਤੇ ਇਹ ਵੀ ਖੇਲ ਦਾ ਹਿੱਸਾ ਹੈ। ਤੁਸੀਂ ਕਰੋੜਾਂ ਜਨਮ ਤੜਫ ਵੀ ਸਕਦੇ ਹੋ, ਭਟਕ ਵੀ ਸਕਦੇ ਹੋ। ਖਿਆਲ ਵਿੱਚ ਰੱਖੋ। ਤੇ ਜਿਹੜਾ ਤੁਹਾਨੂੰ ਸਮਝਾ ਰਿਹਾ ਹੈ ਨਾ ਖੇਲ ਚੋਂ ਬਾਹਰ ਆਉਣ ਵਾਸਤੇ, ਉਹ ਤੁਸੀਂ ਸੁਣ ਵੀ ਰਹੇ ਹੋ ਤੇ ਫਿਰ ਵੀ ਤੁਸੀਂ ਨਹੀਂ ਆ ਰਹੇ ਹੋ ਖੇਲ ਤੋਂ ਬਾਹਰ। ਤੇ ਇੱਥੇ ਫਿਰ ਪਰਮਾਤਮਾ ਦਾ ਕਸੂਰ ਨਹੀਂ ਹੋਵੇਗਾ ਵੀ ਸਾਨੂੰ ਖੇਲ ਤੋਂ ਬਾਹਰ ਨਹੀਂ ਕੀਤਾ। ਖਿਆਲ ਵਿੱਚ ਰੱਖਿਓ, ਨਾ ਗੁਰੂ ਦਾ ਕਸੂਰ ਹੈ। ਗੁਰੂ ਤੇ ਕਹਿੰਦਾ ਹੀ ਹੈ ਆ ਜਾਓ ਖੇਲ ਤੋਂ ਬਾਹਰ। ਭਟਕੋਗੇ, ਆ ਤੜਫੋਗੇ, ਨਰਕਾਂ 'ਚ ਪਾਓਗੇ, ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ। ਦੇਖੋ ਇੱਥੇ ਸੰਸਾਰ 'ਚ ਦੁੱਖ ਦਾ ਅੰਤ ਕੋਈ ਨਹੀਂ ਹੈ। ਦੇਖੋ ਕਹਿੰਦੇ ਸੰਸਾਰ ਤੋਂ ਬਾਅਦ ਵੀ ਦੁੱਖ ਹੀ ਦੁੱਖ, ਦੁੱਖ ਹੀ ਦੁੱਖ। ਦੇਖੋ ਦੁੱਖਾਂ 'ਚੋਂ ਕੱਢ ਰਹੇ ਹਨ, ਤੁਹਾਨੂੰ ਕਹਿ ਵੀ ਰਹੇ ਹਨ ਵਾਰ 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 ਵੀ ਇਹ ਝੂਠ ਤੋਂ ਬਾਹਰ ਆ ਜਾਓ, ਇਹ ਦੁੱਖਾਂ 'ਚੋਂ ਬਾਹਰ ਆ ਜਾਓ, ਸੰਸਾਰ 'ਚੋਂ ਬਾਹਰ ਆ ਜਾਓ। ਦੁੱਖਾਂ ਦਾ ਘਰ ਹੈ, ਨਾਨਕ ਦੁਖੀਆ ਸਭ ਸੰਸਾਰ। ਤੇ ਤੁਸੀਂ ਸੁਣ ਕੇ ਵੀ ਅਗਰ ਨਾ ਆਏ ਨਾ ਤੇ ਦੋਸ਼ ਨਾ ਦਿਓ, ਨਾ ਪਰਮਾਤਮਾ ਨੂੰ ਨਾ ਗੁਰੂ ਨੂੰ। ਖਿਆਲ ਵਿੱਚ ਰੱਖਿਓ, ਅਗਰ ਉਹਨਾਂ ਨੂੰ ਦੋਸ਼ ਤੁਸੀਂ ਦਿੱਤਾ ਹੈ ਨਾ ਜਾਂ ਦਿੰਦੇ ਹੋ, ਫਿਰ ਤੁਸੀਂ ਜ਼ਿਆਦਾ ਅਕਿਰਤ ਕਾਣ ਹੋ। ਕਿਉਂਕਿ ਉਹ ਹਰ ਵਕਤ ਹੀ ਕੱਢਣ ਨੂੰ ਮੌਜੂਦ ਹੁੰਦੇ ਹੀ ਹਨ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰਮਾਤਮਾ ਕੱਢਦਾ ਹੈ ਜਿਹੜੇ ਨਿਕਲ ਨੂੰ ਤਿਆਰ ਹੁੰਦੇ ਹਨ। ਉਹਨਾਂ ਨੂੰ ਕਹਿੰਦਾ ਵੀ ਹੈ, ਸਮਝਾਉਂਦਾ ਵੀ, ਆ ਜਾਓ। ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁੱਖ ਸਹੇ ਪ੍ਰਾਣੀ। ਕਹਿੰਦੇ ਹਨ ਜਿਹਨੇ ਕੀਤਾ ਹੈ, ਬਣਾਇਆ ਹੈ ਸਾਰਾ ਕੁਛ, ਉਹਨੂੰ ਨਾ ਜਾਣਦਾ ਹੈ, ਅੰਧਾ ਹੈ। ਜਿਹੜਾ ਪਰਮਾਤਮਾ ਨੂੰ ਨਹੀਂ ਜਾਣਦਾ ਹੈ, ਕਰਨਹਾਰ ਨੂੰ ਨਹੀਂ ਜਾਣਦਾ ਹੈ, ਸਿਰਜਣਹਾਰ ਨੂੰ ਨਹੀਂ ਜਾਣਦਾ, ਉਹ ਅੰਨਾ ਹੈ। ਹੁਣ ਤੁਸੀਂ ਸੋਚੋ, ਤੁਸੀਂ ਜਾਣਦੇ ਹੋ ਪਰਮਾਤਮਾ ਨੂੰ, ਸੁਣਿਆ ਹੀ ਹੈ ਨਾ। ਸੁਣ ਸੁਣ ਕੇ ਤੁਸੀਂ ਇਹ ਖਿਆਲ ਕਰ ਲੈਂਦੇ ਹੋ ਅਸੀਂ ਜਾਣ ਲਿਆ, ਅਸੀਂ ਇੰਨੇ ਥੋੜ੍ਹੀ ਹਾਂ। ਨਹੀਂ, ਜਦੋਂ ਉਹਨੂੰ ਜਾਣ ਲਿਆ ਨਾ ਉਦੋਂ ਤੁਸੀਂ ਖੇਲ ਤੋਂ ਬਾਹਰ ਹੋ ਜਾਓਗੇ। ਤੁਸੀਂ ਖੇਲ 'ਚ ਰਹਿ ਨਹੀਂ ਸਕਦੇ। ਤੁਸੀਂ ਨਰਕ ਸੁਰਗ ਤੋਂ ਨਰਕ ਸੁਰਗਮ ਤੇ ਮੈਂ ਸਤਿਗੁਰ ਕੇ ਪ੍ਰਸਾਦ। ਤੁਸੀਂ ਬਾਹਰ ਆ ਜਾਓਗੇ। ਖਾਲਕ ਥਾਵਹੁ ਭੁੱਲਾ ਮੁੱਠਾ, ਦੁਨੀਆ ਖੇਲ ਬੁਰਾ ਰੁੱਠ ਤੁੱਠਾ। ਕਹਿੰਦੇ ਖਾਲਕ ਨੂੰ ਭੁੱਲ ਗਏ, ਖਲਕ ਦੇ ਅੰਦਰ ਚਿੱਤ ਲੱਗ ਗਿਆ ਦੁਨੀਆ ਦੇ ਵਿੱਚ, ਦੁਨੀਆ ਦੇ ਖੇਲ ਵਿੱਚ। ਦੁਨੀਆ ਖੇਲ ਬੁਰਾ, ਬੜਾ ਬੁਰਾ ਹੈ। ਰੁੱਠ ਤੁੱਠਾ,
ਕਦੀ ਆਦਮੀ ਰੁੱਠਦਾ ਹੈ ਖੇਲ ਦੇ ਵਿੱਚ, ਕਦੀ ਟੁੱਟਦਾ ਹੈ, ਕਦੀ ਚੰਗਾ ਲੱਗਦਾ, ਕਦੀ ਬੁਰਾ ਲੱਗਦਾ। ਕਈ ਚੰਗਾ ਚੰਗਾ ਖੇਲ ਖੇਲਦੇ, ਕਈ ਬੁਰਾ ਬੁਰਾ ਖੇਲਦੇ। ਤੇ ਪਰਮਾਤਮਾ ਨੂੰ ਭੁੱਲ ਕੇ ਤੇ ਦੁਨੀਆ ਦੇ ਖੇਲ ਦੇ ਵਿੱਚ ਲੱਗ ਗਿਆ। ਤੇ ਕਈ ਬੁਰਾ ਖੇਲ ਖੇਲ ਰਹੇ ਹਨ, ਕਈ ਚੰਗਾ ਖੇਲ ਖੇਲ ਰਹੇ ਹਨ, ਕਈ ਧਾਰਮਿਕ ਖੇਲ ਖੇਲਦੇ, ਕਈ ਅਧਾਰਮਿਕ ਖੇਲ। ਖੇਲ ਸਾਰੇ ਹੀ ਰਹੇ ਹਨ। ਛੁਟਕਾਰਾ ਕਿਸੇ ਦਾ ਵੀ ਨਹੀਂ ਹੈ। ਛੁਟਕਾਰਾ ਕਿਹਦਾ ਹੁੰਦਾ ਹੈ? ਕਹਿੰਦੇ ਸਿਦਕ ਸਬੂਰੀ ਸੰਤ ਨਾ ਮਿਲਿਓ, ਵੱਤੈ ਆਪਣ ਭਾਣੇ। ਜਿਨ੍ਹਾਂ ਨੂੰ ਸਿਦਕ ਸਬੂਰੀ, ਸਿਦਕੀ ਤੇ ਸਬਰ ਵਾਲਾ ਸੰਤ, ਭਾਵ ਕਿ ਪੂਰਨ ਤ੍ਰਿਪਤ, ਜਿਹਨੂੰ ਕੋਈ ਵੀ ਆਕਾਂਸ਼ਾ ਨਹੀਂ, ਚਾਹਤ ਨਹੀਂ ਦੁਨੀਆ ਦੀ, ਨਿਰਲੇਪ ਸੰਤੁਸ਼ਟ, ਕਹੋ ਭੀਖਨ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹਿ ਸੋਈ, ਵੈਸਾ ਨਹੀਂ ਮਿਲਿਆ। ਤੇ ਉਹ ਵੱਤੇ ਆਪਣ ਭਾਣਿਆ, ਉਹ ਆਪਣੇ ਭਾਣੇ ਅੰਦਰ ਹੀ, ਆਪਣੀ ਮਰਜ਼ੀ ਦੇ ਅੰਦਰ ਹੀ ਵਰਤਦਾ ਹੈ। ਧਾਰਮਿਕ ਲੋਕ ਵੀ ਆਪਣੀ ਮਰਜ਼ੀ ਨਾਲ ਹੀ ਵਰਤ ਰਹੇ ਹਨ। ਤੁਸੀਂ ਖਿਆਲ ਕਰੋ, ਜਿਹੜਾ ਉਪਦੇਸ਼ ਨੂੰ ਪੜ੍ਹਦਾ ਵੀ ਹੈ, ਸੁਣਦਾ ਵੀ ਹੈ, ਅਗਰ ਉਹ ਆਪਣੀ ਮਰਜ਼ੀ ਨਾਲ ਹੀ ਚੱਲ ਰਿਹਾ ਹੈ, ਮਰਜ਼ੀ ਨਾਲ ਹੀ ਅਰਥ ਕੱਢ ਲੈਂਦਾ ਹੈ, ਸਮਝ ਲੈਂਦਾ ਹੈ, ਮੈਂ ਸਮਝ ਲਿਆ ਹੈ, ਤੇ ਆਪਣ ਭਾਣੇ ਅੰਦਰ ਚੱਲ ਰਿਹਾ ਹੈ, ਤੇ ਉਹ ਤੇ ਇਸ ਖੇਲ ਦੇ ਵਿੱਚ ਹੀ ਹੈ। ਖੇਲ ਭਾਵੇਂ ਕਰਤੇ ਦਾ ਹੈ, ਪਰਮਾਤਮਾ ਦਾ ਹੈ, ਖਿਆਲ ਵਿੱਚ ਰੱਖੋ, ਫਿਰ ਵੀ ਖੇਲ ਦੇ ਅੰਦਰ ਸਭ ਕੁਛ ਹੀ ਹੈ ਨਾ। ਨਰਕ ਵੀ ਭੋਗ ਸਕਦੇ ਹੋ ਖੇਲ ਦੇ ਵਿੱਚ, ਤੁਸੀਂ ਸਵਰਗ ਵੀ ਭੋਗ ਸਕਦੇ ਹੋ ਇਸ ਖੇਲ ਦੇ ਵਿੱਚ, ਇਸ ਖੇਲ ਤੋਂ ਬਾਹਰ ਵੀ ਆ ਸਕਦੇ ਹੋ। ਤੇ ਤੁਸੀਂ ਜਨਮਾਂ ਜਨਮਾਂਤਰਾਂ 'ਚ ਇਹ ਖੇਲ ਦੇ ਵਿੱਚ ਭਟਕ ਵੀ ਸਕਦੇ ਹੋ, ਜੇ ਆਪਣੀ ਮਰਜ਼ੀ ਦੇ ਮੁਤਾਬਕ ਹੀ ਚੱਲਦੇ ਰਹੇ, ਮਰਜ਼ੀ ਦੇ ਮੁਤਾਬਕ ਹੀ ਅਰਥ ਕੱਢ ਕੇ ਤੇ ਸਮਝਦੇ ਰਹੇ।